ਹੈਲੋ एवरीवन, ਅੱਜ ਆਪਾਂ ਕਰਾਂਗੇ ਇੰਗਲਿਸ਼ ਐਨਸੀਈਆਰਟੀ ਕਲਾਸ 8 ਦਾ ਚੈਪਟਰ 10th, ਜਿਸ ਦਾ ਫਸਟ ਪਾਰਟ ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਸੋ ਦੋਨੋਂ ਜਿਹੜੇ ਚੈਪਟਰਸ ਨੇ ਉਹ ਕਨੈਕਟਡ ਨੇ। ਸੋ ਗ੍ਰੇਟ ਸਟੋਨ ਫੇਸ 1 ਦੀ ਆਪਾਂ ਪਹਿਲਾਂ ਥੋੜ੍ਹੀ ਸਮਰੀ ਕਰ ਲੈਂਦੇ ਹਾਂ ਤਾਂ ਕਿ ਚੈਪਟਰ ਰੀਡ ਕਰਨ ਵੇਲੇ ਥੋੜ੍ਹੀ ਤੁਸੀਂ ਕੋਰਿਲੇਟ ਕਰ ਸਕੋ। ਇੱਕ ਦੁਪਹਿਰ ਜਿਹੜੇ ਆ ਇੱਕ ਮਦਰ ਐਂਡ ਬੱਚਾ ਬੈਠੇ ਹੁੰਦੇ ਆ। ਬੱਚੇ ਦਾ ਨਾਮ ਅਰਨੈਸਟ ਹੁੰਦਾ ਹੈ ਅਤੇ ਮਦਰ ਉਹਨੂੰ ਉਸ ਵੈਲੀ ਏਰੀਆ ਦੇ ਵਿੱਚ ਜਿਹੜਾ ਬਹੁਤ ਵੱਡਾ ਪਹਾੜ ਹੈ ਉਹਦੀਆਂ ਕਹਾਣੀਆਂ ਸੁਣਾਉਂਦੀ ਹੈ, ਜਿਹੜੀ ਕਿ ਉਹਨੂੰ ਉਹਦੀ ਗ੍ਰੈਂਡ ਮਦਰ ਨੇ, ਬੱਚੇ ਦੀ ਗ੍ਰੈਂਡ ਮਦਰ ਨੇ ਸੁਣਾਈ ਹੁੰਦੀ ਹੈ। ਠੀਕ ਹੈ, ਅਤੇ ਉਹ ਸੁਣਾਉਂਦੀ ਹੈ ਕਿ ਇੱਕ ਦਿਨ ਇਸੇ ਹੀ ਗ੍ਰੇਟ ਸਟੋਨ ਫੇਸ ਵਰਗਾ ਇੱਕ ਵਿਅਕਤੀ ਇਸ ਵੈਲੀ ਏਰੀਆ ਦੇ ਵਿੱਚ ਆਵੇਗਾ ਅਤੇ ਸਾਰੇ ਉਸਨੂੰ ਬਹੁਤ ਜ਼ਿਆਦਾ ਰਿਨਾਮ ਦੇਣਗੇ। ਅਤੇ ਸਭ ਤੋਂ ਪਹਿਲਾਂ ਇੱਕ ਰਿਊਮਰ ਆਉਂਦੀ ਹੈ ਕਿ ਗ੍ਰੈਂਡਰ ਹੋਲਡ ਨਾਮ ਦਾ ਇੱਕ ਵਿਅਕਤੀ ਜਿਹੜਾ ਹੈ ਉਹ ਗ੍ਰੇਟ ਸਟੋਨ ਦੇ ਫੇਸ ਵਰਗਾ ਆ, ਲੇਕਿਨ ਉਹਦੀ ਡੈਥ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਸਾਰੇ ਲੋਕ ਉਸਨੂੰ ਭੁੱਲ ਜਾਂਦੇ ਆ। ਉਸ ਤੋਂ ਬਾਅਦ ਇੱਕ ਸੋਲਜਰ ਆਉਂਦਾ ਆ ਜਿਹੜਾ ਕਿ ਆਪਣੀ ਆਰਮੀ ਦੀ ਬ੍ਰਾਂਚ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੁੰਦਾ ਹੈ, ਕਿਉਂਕਿ ਉਸਨੇ ਬਹੁਤ ਜ਼ਿਆਦਾ ਲੜਾਈਆਂ ਲੜੀਆਂ ਹੁੰਦੀਆਂ ਨੇ, ਲੇਕਿਨ ਉਸ ਤੋਂ ਬਾਅਦ ਲੋਕ ਉਸਨੂੰ ਵੀ ਭੁੱਲ ਜਾਂਦੇ ਨੇ। ਨੈਕਸਟ ਆਪਾਂ ਇਹ ਚੈਪਟਰ ਸਟਾਰਟ ਕਰਦੇ ਹਾਂ। ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਸਾਰੇ ਸਾਲ ਬੀਤ ਚੁੱਕੇ ਨੇ। ਅਰਨੈਸਟ ਜਿਹੜਾ ਹੈ ਹੁਣ ਥੋੜ੍ਹਾ ਹੋਰ ਬਜ਼ੁਰਗ ਹੋ ਚੁੱਕਿਆ ਹੈ, ਮਿਡਲ ਏਜ ਦਾ ਇੱਕ ਵਿਅਕਤੀ ਬਣ ਚੁੱਕਿਆ ਹੈ, ਅਤੇ ਲੇਕਿਨ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈ, ਹੰਬਲ ਹੈ, ਥੋਟਫੁਲ ਪਰਸਨ ਹੈ, ਅਤੇ ਆਸ-ਪਾਸ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ। The year hurried on and brought wild hairs upon the head of Ernest and made wrinkles across his white forehead and furrows in his cheeks. Ernest ਜਿਹੜਾ ਬਹੁਤ ਸਾਰੇ ਸਾਲ ਬੀਤ ਚੁੱਕੇ ਨੇ ਅਤੇ Ernest ਥੋੜ੍ਹਾ ਬਜ਼ੁਰਗ ਹੋ ਚੁੱਕਿਆ ਹੈ। ਉਹਦੇ ਫੋਰਹੈਡ ਦੇ ਉੱਪਰ ਅਤੇ ਚੀਕਸ ਦੇ ਉੱਪਰ ਰਿੰਕਲਸ ਪੈ ਚੁੱਕੇ ਨੇ, ਡੀਪ ਲਾਈਨਸ ਹੋ ਚੁੱਕੀਆਂ ਨੇ। ਜਿਹੜਾ ਇੱਥੇ ਫਿਊਰੀਸ ਲਿਖਿਆ ਹੋਇਆ ਉਹਦਾ ਮੀਨਿੰਗ ਹੁੰਦਾ ਹੈ ਡੀਪ ਲਾਈਨਸ। ਠੀਕ ਹੈ, ਤਾਂ ਉਹਦੇ ਫੇਸ ਦੇ ਉੱਪਰ ਡੀਪ ਲਾਈਨਸ ਹੋ ਚੁੱਕੀਆਂ ਨੇ। ਹੀ ਵਾਜ਼ ਐਨ ਓਲਡ ਮੈਨ ਬਟ ਨਾਟ ਇਨ ਵੇਨ ਹੈਡ ਹੀ ਗਰੋਨ ਓਲਡ, ਮੋਰ ਨੋਮਰਸ ਦੈਨ ਦ ਵਾਈਟ ਹੇਅਰ ਔਨ ਹਿਜ਼ ਹੈਡ ਪਰ ਵਾਈਜ਼ ਥਾਟਸ ਇਨ ਹਿਜ਼ ਹੈਡ ਐਂਡ ਇਨ ਹਿਜ਼ ਮਾਈਂਡ। ਲੇਕਿਨ ਉਹਦਾ ਜਿਹੜਾ ਬਜ਼ੁਰਗ ਹੋਣਾ ਹੈ ਉਹ ਵੇਨ 'ਚ ਨਹੀਂ ਜਾਂਦਾ, ਵਿਅਰਥ ਨਹੀਂ ਜਾਂਦਾ। ਉਹਦੇ ਬਜ਼ੁਰਗ ਹੋਣ ਦੇ ਨਾਲ ਨਾਲ ਉਹਦੇ ਦਿਮਾਗ ਦੇ ਵਿੱਚ ਬਹੁਤ ਸੋਹਣੇ ਸੋਹਣੇ ਆਈਡੀਆਜ਼ ਜਿਹੜੇ ਨੇ ਉਹ ਵੇਲ ਕਰਨੇ ਸ਼ੁਰੂ ਹੋ ਗਏ ਨੇ। ਐਂਡ ਦ ਅਰਨੈਸਟ ਹੈਜ਼ ਸੀਜ਼ ਟੂ ਬੀ obscure sourced for undesired had come the fame which so many seek। ਲੇਕਿਨ ਅਰਨੈਸਟ ਨੂੰ ਹੁਣ ਉਹ ਵਾਲੀ ਪੋਪੂਲੈਰਿਟੀ ਮਿਲ ਚੁੱਕੀ ਆ ਜਿਹਨੂੰ ਕਿ ਬਾਕੀ ਦੇ ਲੋਕ ਹਾਸਿਲ ਕਰਨਾ ਚਾਹੁੰਦੇ ਆ, ਲੇਕਿਨ ਅਰਨੈਸਟ ਦੇ ਲਈ ਜਿਹੜੀ ਉਹ ਸਾਰੀ ਪੋਪੂਲੈਰਿਟੀ ਆ ਉਹ ਅਨਡਿਜ਼ਾਇਰਡ ਹੈ। ਠੀਕ ਹੈ, ਉਹ ਅਨਡਿਜ਼ਾਇਰਡ ਹੈ, ਉਹ ਉਸਨੂੰ ਉਸ ਪੋਪੂਲੈਰਿਟੀ ਨੂੰ ਚਾਹੁੰਦਾ ਨਹੀਂ ਹੈ। ਉਹਦੀ ਪੋਪੂਲੈਰਿਟੀ ਜਿਹੜੀ ਸਾਰੀ ਉਹ ਅਨਡਿਜ਼ਾਇਰਡ ਹੈ। ਹੀ ਹੈਡ ਬਿਕਮ ਫੇਮਸ ਬਿਯੋਂਡ ਦ ਲਿਮਿਟਸ ਆਫ ਦ ਵੈਲੀ ਤੋਂ ਬਾਹਰ ਵੀ ਉਹਨੂੰ ਬਹੁਤ ਜ਼ਿਆਦਾ ਰਿਨਾਊਨ ਮਿਲ ਚੁੱਕਿਆ ਆ। ਕਾਲਜ ਪ੍ਰੋਫੈਸਰਸ, ਈਵਨ ਦ ਐਕਟਿਵ ਮੈਨ ਆਫ ਦ ਸਿਟੀਜ਼ ਕਮ ਫਰੋਮ ਫਾਰ ਟੂ ਸੀ ਐਂਡ ਕਨਵਰਸ ਵਿਦ ਅਰਨੈਸਟ। ਵੈਲੀ ਤੋਂ ਬਾਹਰ ਦੇ ਲੋਕ ਵੀ ਉਸਨੂੰ ਮਿਲਣ ਆਉਂਦੇ ਨੇ, ਉਹਦੇ ਨਾਲ ਗੱਲਬਾਤ ਕਰਨ ਆਉਂਦੇ ਨੇ। ਕਾਲਜ ਦੇ ਪ੍ਰੋਫੈਸਰਸ ਵੀ ਉਹਦੇ ਨਾਲ ਗੱਲਬਾਤ ਕਰਨ ਆਉਂਦੇ ਨੇ ਤਾਂ ਕਿ ਉਹ ਉਸ ਦੇ ਨਾਲ ਗੱਲ ਕਰਕੇ ਹੋਰ ਜ਼ਿਆਦਾ ਗਿਆਨ ਪ੍ਰਾਪਤ ਕਰ ਸਕਣ। ਅਤੇ ਅਰਨੈਸਟ ਕੀ ਕਰਦਾ, ਬਹੁਤ ਜੈਂਟਲੀ, ਬਹੁਤ ਸਿੰਸੀਅਰਲੀ ਉਹਨਾਂ ਨਾਲ ਗੱਲਬਾਤ ਕਰਦਾ ਹੈ ਅਤੇ ਆਪਣੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਉਹਨੂੰ ਮਿਲਣ ਦੇ ਲਈ, ਅਤੇ ਉਹਨਾਂ ਨਾਲ ਬਹੁਤ ਹੀ ਸੋਹਣੇ ਜਿਹੜੇ ਉਹਦੇ ਵਿਚਾਰ ਨੇ ਉਹਨਾਂ ਨੂੰ ਸਾਂਝੇ ਕਰਦਾ ਹੈ। Then, while they talked together, his face would brighten unaware and shine upon them as with a mild evening light. ਮਿਡ ਈਵਨਿੰਗ ਲਾਈਟ। ਠੀਕ ਹੈ, ਜਦੋਂ ਸ਼ਾਮ ਹੁੰਦੀ ਹੈ ਨਾ, ਸੂਰਜ ਜਦੋਂ ਛਿਪਣ ਵਾਲਾ ਹੁੰਦਾ ਹੈ ਤਾਂ ਕਿੰਨੀ ਸੋਹਣੀ ਲਾਈਟ ਜਿਹੜੀ ਆ ਉਹ ਚਾਰੇ ਪਾਸੇ ਕਿੰਨੀ ਸੋਹਣੀ ਰੌਸ਼ਨੀ ਹੁੰਦੀ ਹੈ ਨਾ। ਤਾਂ ਜਦੋਂ ਅਰਨੈਸਟ ਆਪਣੇ ਵਿਚਾਰਾਂ ਨੂੰ ਲੋਕਾਂ ਦੇ ਨਾਲ ਸਾਂਝੇ ਕਰਦਾ ਹੈ ਤਾਂ ਉਹਦੇ ਫੇਸ ਦੇ ਉੱਪਰ ਵੀ ਉਹੀ ਸੇਮ ਬਰਾਈਟਨੈਸ ਦੇਖੀ ਜਾ ਸਕਦੀ ਹੈ, ਉਹੀ ਸੇਮ ਸ਼ਾਈਨ ਦੇਖੀ ਜਾ ਸਕਦੀ ਹੈ। ਠੀਕ ਹੈ, ਤਾਂ ਉਹਦਾ ਮਤਲਬ ਫੇਸ ਜਿਹੜਾ ਹੋਰ ਸ਼ਾਈਨ ਕਰਨਾ ਸ਼ੁਰੂ ਕਰਦਾ ਜਦੋਂ ਉਹ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਹੈ। While Ernest had been grown old, God had granted a new poet to this earth। ਜਿਵੇਂ ਜਿਵੇਂ ਅਰਨੈਸਟ ਜਿਹੜਾ ਹੈ ਉਹ ਬਜ਼ੁਰਗ ਹੁੰਦਾ ਜਾ ਰਿਹਾ ਸੀ, ਵੈਲੀ ਦੀ ਧਰਤੀ ਨੂੰ ਰੱਬ ਨੇ ਇੱਕ ਪੋਇਟ ਦੀ ਦਾਤ ਬਖਸ਼ੀ। ਮਤਲਬ ਕਿ ਦੋ ਪਰਸਨਸ, ਠੀਕ ਹੈ, ਇਕੁਅਲੀ ਸਮੇਂ ਦੇ ਉੱਪਰ ਗਰੋ ਕਰ ਰਹੇ ਨੇ। ਇੱਕ ਤਾਂ ਅਰਨੈਸਟ, ਠੀਕ ਹੈ, ਦੂਸਰਾ ਇਹ ਪੋਇਟ। ਠੀਕ ਹੈ, ਤਾਂ ਦੋਨੇ ਹੀ ਬਹੁਤ ਜ਼ਿਆਦਾ ਫੇਮਸ ਨੇ ਉਸ ਟਾਈਮ ਦੇ ਵਿੱਚ। ਹੀ ਟੂ ਵਾਜ਼ ਦ ਨੇਟਿਵ ਆਫ ਵੈਲੀ। ਜਿਹੜਾ ਇਹ ਪੋਇਟ ਹੈ ਉਹ ਵੀ ਇਸੇ ਵੈਲੀ ਦਾ ਨੇਟਿਵ ਹੈ, ਲੇਕਿਨ ਹੁਣ ਉਹ ਸਿਟੀ ਦੇ ਵਿੱਚ ਰਹਿਣ ਲੱਗ ਗਿਆ ਆ, ਲੇਕਿਨ ਆਪਣੀ ਵੈਲੀ ਦੇ ਨਾਲ ਬਹੁਤ ਜ਼ਿਆਦਾ ਕਨੈਕਟਡ ਹੈ।
ਨੀਦਰ ਵॉज अ ग्रेट स्टोन फॉरगेटन फॉर द पोइट हैड सैलीब्रेटेड इन अ पोएम। ना ही ये स्टोन ਜਿਹੜਾ ਹੈ ਇਸ ਪੋਇਟ ਨੂੰ ਭੁੱਲਿਆ, ਨਾ ਹੀ ਇਹ ਪੋਇਟ ਇਸ ਸਟੋਨ ਨੂੰ ਭੁੱਲਿਆ, ਕਿਉਂਕਿ ਇਹ ਪੋਇਟ ਅੱਜ ਵੀ ਆਪਣੀਆਂ ਕਵਿਤਾਵਾਂ ਦੇ ਵਿੱਚ ਇਸ ਗ੍ਰੇਟ ਸਟੋਨ ਫੇਸ ਦੀ ਚਰਚਾ ਕਰਦਾ ਰਹਿੰਦਾ ਹੈ। The songs of the poet found their way to Ernest. He read them after his customary oil, seated on the bench before his cottage door. As he read, he lifted his eye to the mountain. Customary toil ਹੁੰਦਾ usual works, ठीक है। Here is customary toil, ਇਹਦਾ ਮਤਲਬ ਹੁੰਦਾ यूजल वर्क्स। सो ਹੁਣ ਜਦੋਂ ਕੋਈ ਵਿਅਕਤੀ ਫੇਮਸ ਹੁੰਦਾ ਹੈ, ਠੀਕ ਹੈ, ਉਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ। ਜਦੋਂ ਇਹ ਪੋਇਟ ਜਿਹੜਾ ਹੈ ਫੇਮਸ ਹੋਇਆ, ਇਹਦੀਆਂ ਕਿਤਾਬਾਂ ਨੂੰ ਅਰਨੈਸਟ ਨੇ ਪੜ੍ਹਨਾ ਸ਼ੁਰੂ ਕੀਤਾ। ਹੇਅਰ ਯੂ ਕੈਨ ਸੀ ਇਜ਼ ਅ ਬੁੱਕ ਇਨ ਅਰਨੈਸਟ ਹੈਂਡ। ਸੋ ਅਰਨੈਸਟ ਨੇ ਇਹਦੀਆਂ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਅਰਨੈਸਟ ਜਿਹੜਾ ਆਪਣੇ ਘਰ ਦੇ ਕਾਟੇਜ ਦੇ ਬਾਹਰ ਬੈਠ ਕੇ, ਦਰਵਾਜ਼ੇ ਦੇ ਜਿਹੜਾ ਬਾਹਰ ਉਹਦੇ ਛੋਟਾ ਜਿਹਾ ਬੈਂਚ ਰੱਖਿਆ ਸੀ, ਉਹਦੇ ਉੱਪਰ ਬੈਠ ਕੇ ਹਰ ਰੋਜ਼ ਇਸ ਪੋਇਟ ਦੀਆਂ ਕਿਤਾਬਾਂ ਨੂੰ ਪੜ੍ਹਿਆ ਕਰਦਾ ਸੀ ਅਤੇ ਨਾਲ ਦੀ ਨਾਲ ਇਸ ਗ੍ਰੇਟ ਸਟੋਨ ਫੇਸ ਨੂੰ ਵੀ ਵੇਖਦਾ ਰਹਿੰਦਾ ਸੀ। ਉਹ ਗ੍ਰੇਟ ਸਟੋਨ ਫੇਸ, ਹੀ ਸੈਡ, is not the man worthy to be your likeness। ਅਤੇ ਜਿਵੇਂ ਜਿਵੇਂ ਉਹ ਇਸ ਵਿਅਕਤੀ ਦੀਆਂ ਕਿਤਾਬਾਂ ਨੂੰ ਪੜ੍ਹਦਾ ਰਹਿੰਦਾ ਸੀ ਤਾਂ ਅਰਨੈਸਟ ਦੇ ਮਾਈਂਡ ਦੇ ਵਿੱਚ ਇਹ ਥੋਟ ਆਉਂਦਾ ਰਹਿੰਦਾ ਸੀ ਕਿ ਜਿੰਨੇ ਵਧੀਆ ਵਿਚਾਰ ਇਹ ਪੋਇਟ ਲਿਖਦਾ ਹੈ ਅਤੇ ਹੋ ਸਕਦਾ ਹੈ ਕਿ ਇਹ ਵਿਅਕਤੀ ਹੀ ਗ੍ਰੇਟ ਸਟੋਨ ਫੇਸ ਦੇ ਫੇਸ ਵਰਗਾ ਵਿਅਕਤੀ ਹੋਵੇ, ਠੀਕ ਹੈ, ਕਿਉਂਕਿ ਉਹ ਇਹਨੂੰ ਇੱਕ ਦਿਨ ਮਿਲਿਆ ਨਹੀਂ ਸੀ। ਉਹਦੇ ਮਾਈਂਡ ਦੇ ਵਿੱਚ ਇਹ ਚੀਜ਼ ਆਉਣੀ ਸ਼ੁਰੂ ਹੋ ਗਈ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਹੀ ਗ੍ਰੇਟ ਸਟੋਨ ਫੇਸ ਦੇ ਫੇਸ ਵਰਗਾ ਇਨਸਾਨ ਹੋਵੇ। ਲੇਕਿਨ ਉਹਨੂੰ ਲੱਗਦਾ ਸੀ ਕਿ ਦ ਗ੍ਰੇਟ ਸਟੋਨ ਫੇਸ ਸਮਾਈਲਡ ਐਂਡ ਡਿਡਨਟ ਆਨਸਰ। ਜਿੱਦਾਂ ਕਿ ਹਮੇਸ਼ਾ ਗ੍ਰੇਟ ਸਟੋਨ ਫੇਸ ਉਹਨੂੰ ਆਨਸਰ ਕਰਕੇ ਦੱਸ ਦਿੰਦਾ ਸੀ ਕਿ ਹਾਂ ਉਹ ਵਿਅਕਤੀ ਮੈਂ ਹਾਂ ਜਾਂ ਨਹੀਂ ਹਾਂ, ਲੇਕਿਨ ਇਸ ਵਾਰ ਉਹਨੂੰ ਲੱਗਿਆ ਕਿ ਦ ਗ੍ਰੇਟ ਸਟੋਨ ਫੇਸ ਨੇ ਸਿਰਫ ਸਮਾਈਲ ਕੀਤੀ ਹੈ ਲੇਕਿਨ ਮੈਨੂੰ ਆਨਸਰ ਨਹੀਂ ਦਿੱਤਾ। ਨਾਓ ਇਟ ਹੈਪਨ the poet, though he lived so far away, had not ਸੋ ਨੈਕਸਟ ਕੀ ਹੁੰਦਾ ਹੈ ਕਿ ਉਸ ਪੋਇਟ ਨੇ ਵੀ ਬਹੁਤ ਸਾਰਾ ਸੁਣ ਰੱਖਿਆ ਹੁੰਦਾ ਅਰਨੈਸਟ ਦੇ ਬਾਰੇ ਵਿੱਚ। ਉਹ ਵੀ ਸੋਚਦਾ ਹੁੰਦਾ ਹੈ ਕਿ ਸ਼ਾਇਦ ਮੈਨੂੰ ਕਦੇ ਨਾ ਕਦੇ ਇਸ ਵਿਜ਼ਡਮ ਵਿਅਕਤੀ ਨਾਲ ਮਿਲਣ ਦਾ ਮੌਕਾ ਮਿਲੇ। ਸੋ ਇੱਕ ਸ਼ਾਮ ਜਿਹੜਾ ਇੱਕ ਗਰਮੀਆਂ ਦੀ ਦੁਪਹਿਰ ਦੇ ਵਿੱਚ ਉਹ ਵਿਅਕਤੀ ਅਰਨੈਸਟ ਦੇ ਡੋਰ ਦੇ ਉੱਪਰ ਆ ਜਾਂਦਾ ਹੈ ਉਸ ਨੂੰ ਮਿਲਣ ਦੇ ਲਈ ਅਤੇ ਉਹਨੂੰ ਆ ਕੇ ਕਹਿੰਦਾ ਹੈ, ਗੁੱਡ ਈਵਨਿੰਗ, ਕੈਨ ਯੂ ਗਿਵ ਆ ਟਰੈਵਲਰ ਆ ਨਾਈਟਸ ਸ਼ੈਲਟਰ। ਸੋ ਪੋਇਟ ਅਰਨੈਸਟ ਨੂੰ ਕਹਿੰਦਾ ਹੈ ਕਿ ਕੀ ਤੁਸੀਂ ਇਸ ਰਾਹੀ ਨੂੰ ਇੱਕ ਰਾਤ ਦੇ ਲਈ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ। ਗਲੈਡਲੀ, ਆਈ ਥਿੰਕ ਆਈ ਹੈਵ ਸੀਨ ਦ ਗ੍ਰੇਟ ਸਟੋਨ ਫੇਸ ਲੁੱਕ ਸੋ ਹੌਸਪਿਟੈਲਿਟੀ ਐਟ ਅ ਸਟ੍ਰੇਂਜਰ। ਠੀਕ ਹੈ, ਸੋ ਜਿਹੜਾ ਅਰਨੈਸਟ ਹੈ ਉਹ ਆਨਸਰ ਕਰਦਾ ਹੈ ਕਿ ਹਾਂਜੀ ਬਿਲਕੁਲ ਮੈਂ ਤੁਹਾਨੂੰ ਇੱਕ ਰਾਤ ਦੇ ਲਈ ਆਪਣੇ ਕੋਲ ਰੱਖ ਸਕਦਾ ਹਾਂ। ਅਤੇ ਜਿੱਦਾਂ ਕਿ ਅਰਨੈਸਟ ਨੂੰ ਆਦਤ ਹੈ ਹਰ ਵਾਰ ਗ੍ਰੇਟ ਸਟੋਨ ਫੇਸ ਨੂੰ ਦੇਖਣ ਦੀ, ਜਿੱਦਾਂ ਹੀ ਉਹ ਪੋਇਟ ਦਾ ਫੇਸ ਦੇਖ ਕੇ ਗ੍ਰੇਟ ਸਟੋਨ ਦੇ ਫੇਸ ਵੱਲ ਦੇਖਦਾ ਹੈ ਅਤੇ ਉਸ ਵਿਅਕਤੀ ਨੂੰ ਆਨਸਰ ਦਿੰਦਾ ਹੈ, ਪੋਇਟ ਨੂੰ ਕਹਿੰਦਾ ਹੈ ਕਿ ਮੈਂ ਅੱਜ ਤੱਕ ਕਦੇ ਵੀ ਇਸ ਗ੍ਰੇਟ ਸਟੋਨ ਫੇਸ ਨੂੰ ਕਿਸੇ ਸਟ੍ਰੇਂਜਰ ਵੱਲ ਇੱਦਾਂ ਕਾਇੰਡਲੀ ਦੇਖਦੇ ਹੋਏ, ਹੌਸਪਿਟੈਲਿਟੀ ਮਤਲਬ ਕਾਇੰਡਲੀ ਐਂਡ ਜੈਂਟਲੀ ਦੇਖਦੇ ਹੋਏ ਨਹੀਂ ਵੇਖਿਆ। ਮਤਲਬ ਕਿ ਉਸ ਅਰਨੈਸਟ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਇਹ ਵਿਅਕਤੀ ਸਟ੍ਰੇਂਜਰ ਨਹੀਂ ਹੈ। ਠੀਕ ਹੈ, ਅਰਨੈਸਟ ਨੂੰ ਤਾਂ ਨਹੀਂ ਪਤਾ ਨਾ ਕਿ ਉਹ ਪੋਇਟ ਹੈ ਜਿਸ ਦੀਆਂ ਮੈਂ ਕਿਤਾਬਾਂ ਪੜ੍ਹਦਾ ਹੈ। ਸੋ ਅਰਨੈਸਟ ਕਹਿੰਦਾ ਕਿ ਮੈਨੂੰ ਤੁਹਾਨੂੰ ਵੇਖ ਕੇ ਇੱਦਾਂ ਲੱਗਦਾ ਹੈ ਕਿ ਤੁਸੀਂ ਇਸ ਪਹਾੜ ਦੇ ਲਈ ਸਟ੍ਰੇਂਜਰ ਨਹੀਂ ਹੋ। ਦ ਪੋਇਟ ਸੈਟ ਬਿਸਾਈਡ ਹਿਮ ਐਂਡ ਅਰਨੈਸਟ ਟਾਕ ਟੂਗੈਦਰ। ਪਹਿਲਾਂ ਇਹ ਵਾਲਾ ਡਾਇਲੋਗ ਆ ਬੱਚੇ, ਦ ਪੋਇਟ ਸੈਟ ਡਾਊਨ ਬਿਸਾਈਡ ਹਿਮ, ਅਤੇ ਪੋਇਟ ਉਹਦੇ ਨਾਲ ਬੈਠ ਜਾਂਦਾ ਆ। ਯੂ ਕੈਨ ਸੀ ਹੇਅਰ, ਉਹਦੇ ਨਾਲ ਬੈਠ ਜਾਂਦਾ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸਟਾਰਟ ਕਰਦਾ ਹੈ। ਨੈਵਰ ਬਿਫੋਰ ਹੈਡ ਦ ਪੋਇਟ ਟਾਕਡ ਵਿਦ ਅ ਮੈਨ ਲਾਈਕ ਅਰਨੈਸਟ, ਸੋ ਵਾਈਜ਼, ਜੈਂਟਲ ਐਂਡ ਕਾਇੰਡ। ਅਰਨੈਸਟ ਔਨ ਦ ਅਦਰ ਹੈਂਡ was moved by the living images flaunted out in poet's mind। ਸੋ ਦੋਨੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ। ਪੋਇਟ ਵੀ ਆਪਣੇ ਮਨ ਵਿੱਚ ਸੋਚਦਾ ਕਿ ਮੈਂ ਅੱਜ ਤੱਕ ਕਦੇ ਇੰਨੇ ਬੁੱਧੀਮਾਨ, ਇੰਨੇ ਦਿਆਲੂ ਅਤੇ ਇੰਨੇ ਜੈਂਟਲ ਵਿਅਕਤੀ ਨੂੰ ਨਹੀਂ ਮਿਲਿਆ। ਅਤੇ ਅਰਨੈਸਟ ਵੀ ਸੋਚਦਾ ਹੈ ਕਿ ਸ਼ਾਇਦ ਮੈਂ ਇਸ ਇਨਸਾਨ ਦੇ ਦਿਮਾਗ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਮਤਲਬ ਕਿ ਦੋਨਾਂ ਨੂੰ ਇੱਕ ਦੂਜੇ ਦੀ ਕੰਪਨੀ ਬਹੁਤ ਪਸੰਦ ਆ ਰਹੀ ਹੈ। As Ernest listened to the poet, he imagined that the great stone face was bending forward to listen them। ठीक है, you can see here in a picture कि ਜਿਹੜਾ ਗ੍ਰੇਟ ਸਟੋਨ ਦਾ ਫੇਸ ਹੈ ਥੋੜ੍ਹਾ ਅੱਗੇ ਨੂੰ ਆਇਆ ਹੋਇਆ। ਜਿੱਦਾਂ ਜਿੱਦਾਂ ਅਰਨੈਸਟ ਅਤੇ ਇਹ ਵਿਅਕਤੀ ਆਪਸ 'ਚ ਗੱਲਬਾਤ ਕਰ ਰਹੇ ਹੁੰਦੇ ਆ ਨਾ, ਅਰਨੈਸਟ ਨੋਟਿਸ ਕਰਦਾ ਹੈ ਕਿ ਸ਼ਾਇਦ ਗ੍ਰੇਟ ਸਟੋਨ ਫੇਸ ਵੀ ਅੱਗੇ ਨੂੰ ਝੁੱਕ ਕੇ ਸਾਡੀਆਂ ਗੱਲਾਂ ਸੁਣ ਰਿਹਾ ਹੈ। Who are you, my gifted guest, he asked। ਠੀਕ ਹੈ, ਅਤੇ ਉਸ ਤੋਂ ਬਾਅਦ
ਗ੍ਰੇਟ ਸਟੋਨ ਉਹਦੇ ਵੱਲ ਉਹਨਾਂ ਦੀਆਂ ਗੱਲਾਂ ਨੂੰ ਸੁਣ ਰਿਹਾ ਹੁੰਦਾ ਆ ਨਾ, ਅਤੇ ਅਰਨੈਸਟ ਉਹਨੂੰ ਕਹਿੰਦਾ ਆ ਕਿ ਤੁਸੀਂ ਕੌਣ ਹੋ ਮੇਰੇ ਪਿਆਰੇ ਗੈਸਟ, ਤੁਸੀਂ ਕੌਣ ਹੋ, ਠੀਕ ਹੈ। ਉਸਨੂੰ ਕਹਿੰਦਾ ਆ the poet laid his finger on the book and just a second, ਉਹਨਾਂ ਦੇ ਵਿੱਚ ਗੱਲਬਾਤ ਚੱਲਦੀ ਰਹਿੰਦੀ ਹੈ, ਅਤੇ ਜਿਹੜਾ ਅਰਨੈਸਟ ਉਸਨੂੰ ਕੁਐਸਚਨ ਪੁੱਛਦਾ ਹੈ ਕਿ ਹੂ ਆਰ ਯੂ ਮਾਈ ਗਿਫਟਡ ਗੈਸਟ, ਅਤੇ ਉਹ ਕਹਿੰਦਾ ਤਾਂ ਜਿਹੜਾ ਪੋਇਟ ਹੈ ਉਹ ਆਨਸਰ ਕਰ ਰਿਹਾ, ਕਿਉਂਕਿ ਹੁਣ ਉਸਨੇ ਤਾਂ ਆਉਂਦੇ ਹੀ ਅਰਨੈਸਟ ਦੇ ਹੱਥ ਵਿੱਚ ਆਪਣੀ ਕਿਤਾਬ ਦੇਖੀ ਹੈ, ਤਾਂ ਉਹਦੀ ਕਿਤਾਬ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਇਫ ਯੂ ਨੋ ਦੀਜ਼ ਪੋਇਮ ਦੈਨ ਯੂ ਨੋ ਮੀ, ਕਿ ਅਗਰ ਤੁਸੀਂ ਇਹਨਾਂ ਕਵਿਤਾਵਾਂ ਨੂੰ ਜਾਣਦੇ ਹੋ ਤਾਂ ਤੁਸੀਂ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਠੀਕ ਹੈ। ਮਤਲਬ ਕਿ ਉਹ ਇਸ਼ਾਰੇ ਨਾਲ ਕਹਿੰਦਾ ਹੈ ਕਿ ਮੈਂ ਹੀ ਇਹ ਪੋਇਟ ਹਾਂ ਜਿਹਦੀਆਂ ਕਿਤਾਬਾਂ ਲਿਖੀਆਂ ਨੇ, ਜਿਹਦੀਆਂ ਕਿਤਾਬਾਂ ਤੁਸੀਂ ਪੜ੍ਹਦੇ ਹੋ। Then again and again Ernest explained the poet's figure and he turned towards the great stone face, then back. Finally he shook his head and sighed. ਸੋ ਉਦੋਂ ਨੇ ਆਪਸ 'ਚ ਗੱਲਬਾਤ ਕਰ ਰਹੇ ਨੇ, ਹੁਣ ਪੋਇਟ ਨੂੰ ਅਰਨੈਸਟ ਮਿਲ ਚੁੱਕਿਆ, ਅਰਨੈਸਟ ਨੂੰ ਪੋਇਟ ਮਿਲ ਚੁੱਕਿਆ। ਪੋਇਟ ਸੋਚਦਾ ਹੈ ਕਿ ਪੋਇਟ ਜਿਹੜਾ ਹੈ ਉਸਨੂੰ ਦੱਸ ਦਿੰਦਾ ਅਰਨੈਸਟ ਨੂੰ ਕਿ ਮੈਂ ਹੀ ਉਹ ਪੋਇਟ ਹਾਂ ਜਿੱਥੇ ਤੋਂ ਕਿਤਾਬਾਂ ਪੜ੍ਹ ਰਿਹਾ, ਤਾਂ ਅਰਨੈਸਟ ਦੇ ਮਾਈਂਡ 'ਚ ਤਾਂ ਪਹਿਲਾਂ ਹੀ ਗੱਲ ਹੁੰਦੀ ਹੈ ਨਾ ਕਿ ਜੇ ਕਦੇ ਉਹ ਇਸ ਪੋਇਟ ਨੂੰ ਮਿਲੇ ਤਾਂ ਉਹਦਾ ਫੇਸ ਦੇਖ ਕੇ ਉਹ ਉਸਨੂੰ ਗ੍ਰੇਟ ਸਟੋਨ ਫੇਸ ਦੇ ਨਾਲ ਕੰਪੇਅਰ ਕਰਕੇ ਵੇਖੇਗਾ ਕਿ ਕੀ ਦੋਨੋਂ ਇੱਕੋ ਜਿਹੇ ਨੇ, ਠੀਕ ਹੈ। ਹੁਣ ਅਰਨੈਸਟ ਉਹੀ ਕਰ ਰਿਹਾ, ਪਹਿਲਾਂ ਉਹ ਪੋਇਟ ਦਾ ਫੇਸ ਦੇਖਦਾ ਹੈ, ਦੈਨ ਉਹ ਗ੍ਰੇਟ ਸਟੋਨ ਫੇਸ ਦਾ ਵੱਲ ਦੇਖਦਾ ਹੈ, ਅਤੇ ਉਹਨਾਂ ਨੂੰ ਕੰਪੇਅਰ ਕਰਦਾ ਕਿ ਕੀ ਉਹੀ ਵਿਅਕਤੀ ਹੈ। ਲੇਕਿਨ ਅਰਨੈਸਟ ਨੂੰ ਇੱਦਾਂ ਨਹੀਂ ਲੱਗਦਾ। ਵਾਈ ਆਰ ਯੂ ਸੈਡ, ਦੈਨ ਪੋਇਟ ਕੁਐਸਚਨ ਕਰਦਾ ਹੈ ਅਰਨੈਸਟ ਨੂੰ ਕਿ ਤੁਸੀਂ ਸੈਡ ਕਿਉਂ ਹੋ। Then Ernest answer करता है because although my life I have awaited for fulfillment of a prophecy, then when I read your poems and I hope that it might be fulfilled in you. ਸੋ ਅਰਨੈਸਟ ਆਨਸਰ ਕਰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਹੀ ਖੁਆਇਸ਼ ਰਹੀ ਹੈ ਹੁਣ ਤੱਕ ਕਿ ਮੈਂ ਕਦੇ ਨਾ ਕਦੇ ਉਸ ਵਿਅਕਤੀ ਨੂੰ ਜ਼ਰੂਰ ਮਿਲਾਂ ਜਿਸ ਦਾ ਫੇਸ ਇਸ ਗ੍ਰੇਟ ਸਟੋਨ ਦੇ ਫੇਸ ਵਰਗਾ ਹੋਵੇ। ਅਤੇ ਜਦੋਂ ਵੀ ਮੈਂ ਤੁਹਾਡੀਆਂ ਪੋਇਮਸ ਪੜ੍ਹਦਾ ਸੀ ਅਤੇ ਮੈਂ ਇਹ ਇਮੈਜਿਨ ਕਰਦਾ ਸੀ ਕਿ ਮੇਰਾ ਇਹ ਡਰੀਮ ਤੁਹਾਡੇ ਦੁਆਰਾ ਪੂਰਾ ਕੀਤਾ ਜਾਊਗਾ, ਮਤਲਬ ਕਿ ਇਸ ਪੋਇਟ ਦਾ ਫੇਸ ਜਿਹੜਾ ਉਹ ਗ੍ਰੇਟ ਸਟੋਨ ਦੇ ਫੇਸ ਵਰਗਾ ਹੋਏਗਾ, ਲੇਕਿਨ ਇੱਦਾਂ ਨਹੀਂ ਹੈ, ਇਸ ਕਰਕੇ ਮੈਂ ਸੈਡ ਹਾਂ। Then poet answers, you hope to find in me the likeness of the great stone face. I am not worthy to be like its likeness. So poet ਕਹਿੰਦਾ ਹੈ ਕਿ ਤੁਸੀਂ ਇਹ ਇਮੈਜਿਨ ਕੀਤਾ, ਤੁਸੀਂ ਇਸ ਦੀ ਉਮੀਦ ਕੀਤੀ ਕਿ ਮੇਰਾ ਫੇਸ ਇਸ ਗ੍ਰੇਟ ਸਟੋਨ ਦੇ ਫੇਸ ਵਰਗਾ ਹੋਵੇਗਾ, ਲੇਕਿਨ ਮੈਂ ਇੰਨਾ ਵਰਦੀ ਨਹੀਂ ਹਾਂ ਕਿ ਮੈਨੂੰ ਇਸ ਗ੍ਰੇਟ ਸਟੋਨ ਫੇਸ ਦੇ ਨਾਲ ਕੰਪੇਅਰ ਕੀਤਾ ਜਾ ਸਕੇ। Then Ernest asked, why not? Are not these thoughts in your poetry worthy? I can hear in them of the distant voice of a heavenly songs. Then Ernest ਕਹਿੰਦਾ ਹੈ ਕਿ ਕਿਉਂ ਇੱਦਾਂ ਕਿਉਂ ਨਹੀਂ ਹੋ ਸਕਦਾ, ਮੈਂ ਜਦੋਂ ਵੀ ਤੁਹਾਡੀਆਂ ਕਵਿਤਾਵਾਂ ਪੜ੍ਹਦਾ ਹੈ, ਉਹਦੇ ਵਿੱਚ ਲਿਖੇ ਹੋਏ ਵਿਚਾਰ ਪੜ੍ਹਦਾ ਹੈ, ਅਤੇ ਮੈਨੂੰ ਬਿਲਕੁਲ ਸਵਰਗ ਵਰਗੀ ਫੀਲਿੰਗ ਆਉਂਦੀ ਹੈ ਜਿੱਦਾਂ ਸਵਰਗ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੰਗੀਤ ਚੱਲ ਰਹੇ ਹੋਣ। Then poet asks, but my life, dear Ernest, has not corresponded with my thoughts. I had great dreams, but they have been only dreams. Sometimes I lack faith in my own thoughts. ਦੈਨ ਪੋਇਟ ਆਨਸਰ ਕਰਦੇ ਕਿ ਲੇਕਿਨ ਅਰਨੈਸਟ ਮੇਰੀ ਲਾਈਫ ਇੰਨੀ ਜ਼ਿਆਦਾ ਵਧੀਆ ਨਹੀਂ ਹੈ ਜਿੰਨੀ ਜ਼ਿਆਦਾ ਵਧੀਆ ਮੈਂ ਇਹਨਾਂ ਕਵਿਤਾਵਾਂ ਦੇ ਥਰੂ ਪੇਸ਼ ਕਰਦਾ ਹਾਂ। ਮੇਰੇ ਬਹੁਤ ਸਾਰੇ ਸੁਪਨੇ ਐਸੇ ਨੇ ਜਿਹੜੇ ਹਾਲੇ ਤੱਕ ਸਿਰਫ ਸੁਪਨੇ ਹੀ ਹਨ। ਮੇਰੇ ਬਹੁਤ ਸਾਰੇ ਥੋਟਸ ਦੇ ਵਿੱਚ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਫੇਥ ਦੀ ਬਹੁਤ ਕਮੀ ਹੈ। Why then, pure seeker of the good and true, should you hope to find me in the face of mind? ਇਸ ਤਰੀਕੇ ਨਾਲ ਤੁਹਾਨੂੰ ਇਸ ਲਈ ਚੀਜ਼ ਦੀ ਉਮੀਦ ਨਹੀਂ ਕਰਨੀ ਚਾਹੀਦੀ ਕਿ ਮੇਰਾ ਫੇਸ ਜਿਹੜਾ ਆ ਉਹ ਗ੍ਰੇਟ ਸਟੋਨ ਦੇ ਫੇਸ ਵਰਗਾ ਹੋਵੇਗਾ। The poet speaks sadly and his eyes were wet with tears, so too were those of Ernest. ਸੋ ਪੋਇਟ ਕਹਿੰਦਾ ਹੈ ਕਿ ਇਸ ਵਿਅਕਤੀ ਨੇ ਮੈਨੂੰ ਇੰਨਾ ਮਹਾਨ ਬਣਾਉਣਾ ਚਾਹਿਆ, ਮੈਨੂੰ ਗ੍ਰੇਟ ਸਟੋਨ ਦੇ ਫੇਸ ਨਾਲ ਕੰਪੇਅਰ ਕੀਤਾ, ਦੋਨੇ ਜਿਹੜੇ ਆ ਉਹ ਰੋਣ ਲੱਗਦੇ, ਕਿਉਂਕਿ ਅਰਨੈਸਟ ਨੂੰ ਹੁੰਦਾ ਹੈ ਕਿ ਮੈਨੂੰ ਅੱਜ ਉਹ ਵਿਅਕਤੀ ਮਿਲ ਜਾਏਗਾ ਜਿਸ ਨੂੰ ਮੈਂ ਸਾਲਾਂ ਤੋਂ ਲੱਭ ਰਿਹਾ ਹੈ, ਲੇਕਿਨ ਉਹ ਮੈਨੂੰ ਨਹੀਂ ਲੱਭਦਾ। ਦੋਨੇ ਦੀਆਂ ਅੱਖਾਂ ਭਰ ਆਉਂਦੀਆਂ ਨੇ, ਦੋਨਾਂ ਦੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ। At an hour of sunset, as he howled long between the custom, Ernest was to speak to a group of neighbors in the air.
ਸੋ ਜਿੱਦਾਂ ਕਿ ਹੁਣ ਤਾਂ ਰਿਵਾਜ਼ ਹੀ ਬਣ ਚੁੱਕਿਆ ਸੀ ਕਿ ਹਰ ਸ਼ਾਮ ਅਰਨੈਸਟ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰੇਗਾ ਅਤੇ ਉਹਨਾਂ ਨਾਲ ਉਹਨਾਂ ਦੀਆਂ ਪ੍ਰੋਬਲਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਟੁਗੈਦਰ ਹੀ ਐਂਡ ਦ ਪੋਇਟ ਵੈਂਟ ਟੂ ਦ ਮੀਟਿੰਗ ਪਲੇਸ ਆਰਮ ਇਨ ਆਰਮ, ਫਰੋਮ ਦੇਅਰ ਕੁਡ ਬੀ ਸੀਨ ਦ ਗ੍ਰੇਟ ਸਟੋਨ ਫੇਸ। ਸੋ ਇਸੇ ਹੀ ਰਿਵਾਜ਼ ਨੂੰ ਨਿਭਾਉਣ ਦੇ ਲਈ ਦ ਪੋਇਟ ਐਂਡ ਦ ਆਰ ਗ੍ਰੇਟ ਅਰਨੈਸਟ ਦੋਨੋਂ ਹੱਥਾਂ ਦੇ ਵਿੱਚ ਹੱਥ ਪਾਉਂਦੇ ਹੋਏ ਉਸ ਮੀਟਿੰਗ ਸਪੌਟ ਵੱਲ ਚੱਲ ਪੈਂਦੇ ਆ, ਜਿੱਥੋਂ ਕਿ ਗ੍ਰੇਟ ਸਟੋਨ ਫੇਸ ਬਿਲਕੁਲ ਸਾਫ਼-ਸਾਫ਼ ਦਿੰਦਾ ਹੁੰਦਾ ਹੈ ਅਤੇ ਲੋਕ ਉੱਥੇ ਆ ਕੇ ਬੈਠਦੇ ਆ ਅਤੇ ਅਰਨੈਸਟ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੈ। ਅਰਨੈਸਟ ਥਰੂ ਅ ਲੁੱਕ ਆਫ ਫੈਮਿਲੀਅਰ ਕਾਈਂਡਨੈਸ ਅਰਾਊਂਡ ਹਿਸ ਆਡੀਅੰਸ। ਅਤੇ ਅਰਨੈਸਟ ਨੇ ਜਿੱਦਾਂ ਕਿ ਹੁਣ ਸਾਰੀ ਆਡੀਅੰਸ ਨੂੰ ਜਾਣਦਾ ਹੀ ਹੈ, ਇੱਦਾਂ ਸਭ ਨੂੰ ਐਡਰੈਸ ਕਰਨਾ ਸ਼ੁਰੂ ਕੀਤਾ। ਐਂਡ ਹੀ ਬਿਗੇਨ ਟੂ ਸਪੀਕ ਵਟ ਵਾਜ਼ ਇਨ ਹਿਜ਼ ਹਾਰਟ ਐਂਡ ਮਾਈਂਡ। ਅਤੇ ਉਹਦੇ ਜੋ ਵੀ ਦਿਲ ਵਿੱਚ ਹੁੰਦਾ ਸੀ ਜਾਂ ਉਹਦੇ ਮਾਈਂਡ ਵਿੱਚ ਆਉਂਦਾ ਸੀ ਉਸ ਨੂੰ ਬੋਲਣਾ ਸਟਾਰਟ ਕੀਤਾ। His words has power because they agreed with his thoughts, and his thoughts had reality and depth because they harmonized with his life which he had always lived। ਹੁਣ ਆਪਾਂ ਪਹਿਲਾਂ ਇਹ ਚੀਜ਼ ਨੂੰ ਪੜ੍ਹਿਆ ਹੈ ਕਿ ਅਰਨੈਸਟ ਦੀ ਲਾਈਫ ਜਿਹੜੀ ਹੈ ਬਿਲਕੁਲ ਸਿੰਪਲ ਰਹੀ ਹੈ, ਠੀਕ ਹੈ। ਉਹਦੀ ਲਾਈਫ ਦੇ ਵਿੱਚ ਕੋਈ ਸ਼ੋਅ ਆਫ ਨਹੀਂ ਸੀ, ਬਿਲਕੁਲ ਸਿੰਪਲ ਲਾਈਫ ਨੂੰ ਲੀਡ ਕਰਦਾ ਸੀ। ਸੋ ਪੋਇਟ ਜਿਹੜਾ ਇਹਨਾਂ ਉਸ ਦੇ ਵਿਚਾਰਾਂ ਨੂੰ ਸੁਣ ਰਿਹਾ ਹੁੰਦਾ, ਜਿਹੜੇ ਉਹ ਵਿਚਾਰ ਆਡੀਅੰਸ ਨੂੰ ਦੇ ਰਿਹਾ ਹੁੰਦਾ ਹੈ, ਠੀਕ ਹੈ। ਸੋ ਪੋਇਟ ਸੁਣਦਾ ਸੁਣਦਾ ਇਸ ਚੀਜ਼ ਨੂੰ ਆਪਣੇ ਮਾਇੰਡ ਦੇ ਵਿੱਚ ਕਹਿੰਦਾ ਹੈ ਕਿ ਹਾਂ, ਇਸ ਵਿਅਕਤੀ ਦੀ ਗੱਲਾਂ ਦੇ ਵਿੱਚ ਪਾਵਰ ਹੈ, ਦਮ ਹੈ, ਇਹਦੇ ਖਿਆਲਾਂ ਦੇ ਵਿੱਚ ਦਮ ਹੈ ਕਿ ਲੋਕ ਇਸ ਦੀ ਗੱਲ ਨੂੰ ਸੁਣਨਾ ਪਸੰਦ ਕਰਦੇ ਨੇ। ਗਹਿਰਾਈਆਂ ਨੇ ਇਹਦੀ ਗੱਲਾਂ ਦੇ ਵਿੱਚ, ਰਿਐਲਿਟੀ ਹੈ, ਕਿਉਂਕਿ ਜਿਹੜੀ ਲਾਈਫ ਇਹ ਜਿਉਂਦਾ ਹੈ, ਜਿੱਦਾਂ ਦਾ ਇਹ ਵਿਅਕਤੀ ਰੀਅਲ ਲਾਈਫ ਦੇ ਵਿੱਚ ਉਹੀ ਇਹ ਲੋਕਾਂ ਦੇ ਸਾਹਮਣੇ ਪ੍ਰਟੈਂਡ ਕਰਦਾ ਹੈ, ਠੀਕ ਹੈ। ਇਸ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਹੈ, ਸੇਮ ਰੀਅਲ ਪਰਸਨ ਹੀ ਹੈ। It was not bare breath that the preacher uttered, they were the words of life, a life of good deeds and selfless love, and was melted into them. The poet, as he listened, felt that the life of a character of Ernest was the noblest strain of poetry and he had ever written. His eyes filled with tears. ਸੋ ਜਿਹੜਾ ਪੋਇਟ ਹੈ, ਠੀਕ ਹੈ, ਪੋਇਟ ਜਿਹੜੇ ਨਹੀਂ ਹੁੰਦੇ ਨੇ ਕਿ ਉਹ ਬਹੁਤ ਹੀ ਗਹਿਰੇ ਖਿਆਲਾਂ ਦੇ ਹੁੰਦੇ ਆ, ਠੀਕ ਹੈ। ਜਿਹੜੀਆਂ ਗੱਲਾਂ ਆਮ ਲੋਕਾਂ ਨੂੰ ਨਹੀਂ ਸਮਝ ਆਉਂਦੀਆਂ ਨਾ, ਉਹ ਜਿਹੜੇ ਆਥਰਸ ਹੁੰਦੇ ਉਹਨਾਂ ਨੂੰ ਬਹੁਤ ਈਜ਼ੀਲੀ ਸਮਝ ਆ ਜਾਂਦੀਆਂ ਨੇ। ਅਤੇ ਪੋਇਟ ਜਿਹੜਾ ਸੋਚਦਾ ਹੈ ਕਿ ਇਸ ਵਿਅਕਤੀ ਦੀਆਂ ਜਿਹੜੀ ਕਹੀਆਂ ਹੋਈਆਂ ਗੱਲਾਂ ਨੇਗੀਆਂ ਉਹ ਬਿਲਕੁਲ ਸੱਚਾਈ ਆ, ਜੋ ਇਹ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕਰਦਾ ਆ ਉਹੀ ਲੋਕਾਂ ਨੂੰ ਦੱਸਦਾ ਆ। ਤਾਂ ਇਹਦੇ ਜਿਹੜੇ ਕੰਮ ਕੀਤੇ ਹੋਏ ਗੁੱਡ ਡੀਡਸ ਨੇ ਉਹਦੇ ਵਿੱਚ ਸਿਰਫ ਸੈਲਫਲੈਸ ਲਵ ਹੈ ਲੋਕਾਂ ਦੇ ਲਈ, ਜਿਹੜਾ ਕਿ ਇਹ ਲੋਕਾਂ ਦੇ ਉੱਪਰ ਲੁਟਾਉਂਦਾ ਆ। ਅਤੇ ਪੋਇਟ ਜਿਹੜਾ ਉਹਦੀਆਂ ਗੱਲਾਂ ਨੂੰ ਸੁਣਦੇ ਸੁਣਦੇ ਨਾ ਇਮੈਜਿਨ ਕਰਨਾ ਸ਼ੁਰੂ ਕਰਦਾ ਕਿ ਇਹਦੀ ਜਿਹੜੀ ਆਵਾਜ਼ ਹੈ, ਇਹਦੀ ਜਿਹੜੀਆਂ ਕਹੀਆਂ ਹੋਈਆਂ ਗੱਲਾਂ ਨੇ, ਠੀਕ ਹੈ, ਉਹ ਮੇਰੀ ਪੋਇਟਰੀ ਨਾਲੋਂ ਵੀ ਕਿਤੇ ਜ਼ਿਆਦਾ ਪਿਓਰ ਨੇ, ਠੀਕ ਹੈ। ਸੋ ਇਸ ਪਿਓਰ ਸੋਲ ਨੂੰ ਮਿਲ ਕੇ ਪੋਇਟ ਜਿਹੜਾ ਆ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਅਤੇ ਦੁਬਾਰਾ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਨੇ। ਐਟ ਅ ਡਿਸਟੈਂਸ ਬਟ ਕਲੀਅਰ ਟੂ ਬੀ ਸੀਨ, ਠੀਕ ਹੈ। ਐਟ ਅ ਡਿਸਟੈਂਸ ਬਟ clearly to be seen, high up in the golden light of the setting sun appeared the great stone face like the white hair around it, and like the white hair around the brows of Ernest. At the moment Ernest's face looked on an expression so grand that the poet was moved to throw his arms up and shout, ਠੀਕ ਹੈ। ਥੋੜ੍ਹੀ ਹੀ ਟਾਈਮ ਦੇ ਬਾਅਦ ਕੀ ਹੁੰਦਾ, ਸੂਰਜ ਹੋਰ ਛਿਪ ਜਾਂਦਾ ਆ, ਠੀਕ ਹੈ, ਗੋਲਡਨ ਲਾਈਟ ਹੋ ਜਾਂਦੀ ਹੈ। ਅਤੇ ਉਹ ਗੋਲਡਨ ਲਾਈਟ ਜਦੋਂ ਹੋਰ ਨੀਚੇ ਜਾਂਦੀ ਹੈ, ਮਤਲਬ ਸੂਰਜ ਹੋਰ ਛਿਪਣਾ ਸ਼ੁਰੂ ਹੋ ਜਾਂਦਾ ਹੈ, ਤਾਂ ਕੀ ਹੁੰਦਾ ਹੈ, ਆਸੇ ਪਾਸੇ ਥੋੜ੍ਹੀ ਥੋੜ੍ਹੀ ਧੁੰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਧੁੰਦ ਵੀ ਹੁੰਦੀ ਹੈ, ਥੋੜ੍ਹੀ ਲਾਈਟ ਵੀ ਹੁੰਦੀ ਹੈ ਸੂਰਜ ਦੀ, ਠੀਕ ਹੈ। ਅਤੇ ਉਹੀ ਲਾਈਟ ਜਦੋਂ ਪੋਇਟ ਹੈ ਨਾ ਇਸ ਸਟੋਨ ਨੂੰ ਫੇਸ ਨੂੰ ਦੇਖਦਾ ਆ ਅਤੇ ਉਸ ਤੋਂ ਬਾਅਦ ਅਰਨੈਸਟ ਦੇ ਫੇਸ ਨੂੰ ਦੇਖਦਾ ਆ, ਠੀਕ ਹੈ, ਤਾਂ ਉਹਨੂੰ ਲੱਗਦਾ ਕਿ ਐਕਸਪ੍ਰੈਸ਼ਨ ਤਾਂ ਬਿਲਕੁਲ ਸੇਮ ਜਿਹੇ ਆ ਰਹੇ ਨੇ, ਠੀਕ ਹੈ। ਤਾਂ ਉਹ ਕੀ ਕਰਦਾ ਹੈ, ਹਵਾ ਦੇ ਵਿੱਚ ਆਪਣੇ ਹੱਥ ਲਹਿਰਾਉਂਦਾ ਹੈ ਅਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਦਾ ਹੈ। Behold, behold, Ernest is himself the likeness of the great stone face। ਕਿ ਰੁਕੋ ਕਿ ਮੈਨੂੰ ਲੱਗਦਾ ਹੈ ਕਿ ਅਰਨੈਸਟ ਹੀ ਜਿਹੜਾ ਹੈ ਗ੍ਰੇਟ ਸਟੋਨ ਫੇਸ ਵਰਗਾ ਇਨਸਾਨ ਹੈ। ਅਰਨੈਸਟ ਦਾ ਫੇਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਮਾਂ ਗ੍ਰੇਟ ਸਟੋਨ ਦੇ ਫੇਸ ਵਰਗਾ ਆ। ਨੈਵਰ ਵਰ ਦੇਅਰ ਸੋ ਵਰਦੀ ਆ ਸੇਇੰਗ the people has saw as his mild, sweet, thoughtful face with the glory of white hair diffused about it, ਠੀਕ ਹੈ। ਤਾਂ ਲੋਕ ਵੀ ਕੀ ਕਰਦੇ ਨੇਗੇ, ਉਸ ਦਾ ਚਿਹਰਾ ਦੇਖਦੇ ਆ ਅਤੇ ਉਹਨੂੰ ਬਿਹੋਲਡ ਕਰਨਾ ਸ਼ੁਰੂ ਕਰਦੇ ਆ ਕਿ ਹਾਂ ਸ਼ਾਇਦ ਇਹਦੀਆਂ ਗੱਲਾਂ ਦੇ ਵਿੱਚ ਸੱਚਾਈ ਤਾਂ ਹੈ।
ਠੀਕ ਹੈ। ਤਾਂ ਲੋਕ ਵੀ ਉਹਦੇ ਜਿਹੜੇ ਧੁੱਪ ਵਿੱਚ ਚਿੱਟੇ ਹੋਏ ਵਾਲ ਨੇਗੇ ਉਹਦੇ ਅੰਦਰ ਦੇ ਜਿਹੜੇ ਲੁਕੇ ਹੋਏ ਗਹਿਰੇ 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 ਵਿਚਾਰ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਹਾਂ ਜਿੰਨਾ ਮਹਾਨ ਸਾਡਾ ਗ੍ਰੇਟ ਸਟੋਨ ਫੇਸ ਹੈ, ਜਿੰਨਾ ਮਹਾਨ ਇਹ ਪਹਾੜ ਹੈ, ਉਨਾ ਮਹਾਨ ਹੀ ਅਰਨੈਸਟ ਹੈ। ਦੈਨ ਆਲ ਦ ਪੀਪਲ ਲੁਕਡ ਐਂਡ ਸੌ ਦੈਟ ਵਟ ਦ ਪੋਇਟ ਸੈਡ ਵਾਸ ਟਰੂ। ਤੇ ਸਾਰੇ ਲੋਕ ਇਸ ਗੱਲ ਨਾਲ ਐਗਰੀ ਕਰਦੇ ਨੇ ਕਿ ਜੋ ਵੀ ਪੋਇਟ ਕਹਿ ਰਿਹਾ ਉਹ ਬਿਲਕੁਲ ਸੱਚ ਹੈ। ਦ ਪ੍ਰੋਫੈਸੀ ਵਾਜ਼ ਫੁਲਫਿਲ, ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਉਹ ਬਿਲਕੁਲ ਸੱਚ ਹੋ ਗਈ ਹੈ। ਬਟ ਅਰਨੈਸਟ ਹੈਵਿੰਗ ਫਿਨਿਸ਼ਡ what he had to say and took the poet's arm and walked slowly homeward, still hoping that some wiser and better man than himself would by and by appear, bearing a resemblance to the great stone face. So ਉਸ ਤੋਂ ਬਾਅਦ ਜਿਹੜਾ ਆ ਜੋ ਵੀ ਕੁਛ ਅਰਨੈਸਟ ਨੇ ਕਹਿਣਾ ਹੁੰਦਾ ਹੈ ਉਹ ਕਹਿੰਦਾ ਹੈ ਅਤੇ ਪੋਇਟ ਦੀ ਬਾਂਹ ਫੜ ਕੇ ਉਹਨੂੰ ਆਪਣੇ ਘਰ ਵੱਲ ਲੈ ਜਾਂਦਾ ਹੈ ਅਤੇ ਆਪਣੇ ਮਨ ਵਿੱਚ ਸੋਚ ਰਿਹਾ ਹੁੰਦਾ ਹੈ ਕਿ ਨਹੀਂ ਨਹੀਂ ਇਹ ਮਹਿਜ ਇੱਕ ਇਤਫਾਕ ਹੈ, ਲੋਕਾਂ ਨੂੰ ਲੱਗ ਰਿਹਾ, ਲੇਕਿਨ ਕਦੇ ਨਾ ਕਦੇ ਮੇਥੋਂ ਵੀ ਜ਼ਿਆਦਾ ਵਾਈਜ਼ ਪਰਸਨ ਆਵੇਗਾ, ਬੈਟਰ ਪਰਸਨ ਆਵੇਗਾ ਜਿਹੜਾ ਕਿ ਬਿਲਕੁਲ ਗ੍ਰੇਟ ਸਟੋਨ ਦੇ ਫੇਸ ਵਰਗਾ ਹੋਵੇਗਾ। ਸੋ ਯੂ ਕੈਨ ਸੀ ਲੋਕ ਕਹਿ ਰਹੇ ਹੈ ਕਿ ਗ੍ਰੇਟ ਸਟੋਨ ਦਾ ਫੇਸ ਬਿਲਕੁਲ ਅਰਨੈਸਟ ਵਰਗਾ ਹੈ, ਲੇਕਿਨ ਅਰਨੈਸਟ ਦੇ ਵਿੱਚ ਹਲੇ ਵੀ ਬਿਲਕੁਲ ਵੀ ਘਮੰਡ ਨਹੀਂ ਆਇਆ ਅਤੇ ਉਹ ਹਲੇ ਵੀ ਡਾਊਨ ਟੂ ਅਰਥ ਹੈ ਅਤੇ ਸੋਚਦਾ ਹੈ ਕਿ ਨਹੀਂ ਮੇਥੋਂ ਵੀ ਵਧੀਆ ਵਿਅਕਤੀ ਦੁਨੀਆ ਦੇ ਵਿੱਚ ਐਗਜ਼ਿਸਟ ਕਰਦੇ ਨੇ ਅਤੇ ਕਦੇ ਨਾ ਕਦੇ ਉਹ ਆਉਣਗੇ ਅਤੇ ਲੋਕ ਉਸ ਦਾ ਫੇਸ ਜਿਹੜਾ ਗ੍ਰੇਟ ਸਟੋਨ ਦੇ ਫੇਸ ਨਾਲ ਕੰਪੇਅਰ ਕਰਨਗੇ। ਸੋ ਆਈ ਹੋਪ ਯੂ ਲਾਈਕ ਦਿਸ ਸਟੋਰੀ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਲੈਕਚਰ। ਟੇਕ ਕੇਅਰ। ਬਾਏ ਬਾਏ।